ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਸਭ ਭੇਵ ਆਪ ਸੋਂ ਕਹਿਓ, ਕਰਹੁ ਕਾਜ ਜੈਸੇ ਚਿਤ ਚਾਹਿਓ। ਇਹ ਸਭ ਭੇਵ ਆਪ ਸੋਂ ਕਹਿਓ, ਕਰਹੁ ਕਾਜ ਜੈਸੇ ਚਿਤ ਚਾਹਿਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਘਰੇ ਵਾਸੀ। ਕਰਤ ਪੂਰਬ ਪਾਪ ਮਿਟੇ ਸਭ ਹੀ, ਹਰ ਕੇ ਦਲ ਹੋਏ ਸਵੈ ਖਿਨ ਨਾਸੀ। ਹਿਤ ਮਾਨ ਵਧੇ ਤਰੀ ਜਗ ਮੈਂ, ਪਰ ਪੂਰਨ ਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋ ਉਰ ਮੈਂ ਨਿਤ ਜੋਤ ਪ੍ਰਗਾਸੇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖਿਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਰਾਜੇ ਭੀਮ ਚੰਦ ਨੇ ਜਾ ਕਰਕੇ ਪਹਿਲਾਂ ਜਿਹੜਾ ਸੀ ਦਿੱਲੀ ਸ਼ਹਿਰ ਦਾ ਸਾਰਿਆਂ ਨਾਲੋਂ ਵੱਡਾ ਸੂਬਾ, ਉਹਦੇ ਪਾਸ ਪੁਕਾਰਾਂ ਕੀਤੀਆਂ ਵੀ ਗੁਰੂ ਜੀ ਨੇ ਤਾਂ ਸਾਨੂੰ ਰਿਆਸਤ ਦੇ ਵਿੱਚ ਰਹਿਣਾ ਬੜਾ ਤੰਗ ਕੀਤਾ ਹੋਇਆ। ਰੋਜ਼ ਦੀ ਰੋਜ਼ ਜਿਹੜੇ ਉਹਨਾਂ ਦੇ ਸਿੰਘ ਸੂਰਮੇ ਸੇਵਕ ਦਾਸ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਬੀਜੀਆਂ ਹੋਈਆਂ ਫਸਲਾਂ, ਉਹਨਾਂ ਦਾ ਵੀ ਬੜਾ ਨੁਕਸਾਨ ਕਰਦੇ ਰਹਿੰਦੇ ਹਨ। ਜੇ ਅਸੀਂ ਜਾ ਕਰਕੇ ਉਹਨਾਂ ਨੂੰ ਹਟਾਉਣੇ ਆ ਤੇ ਉਸੇ ਬਾਤ ਵੱਡੇ ਵੱਡੇ ਲੜਾਈ ਝਗੜੇ ਇੱਕ ਦੂਜੇ ਦੇ ਨਾਲ ਹੋ ਜਾਂਦੇ ਹਨ। ਜੋ ਸਤਿਗੁਰੂ ਜੀ ਨੇ ਇਹੋ ਜਿਹਾ ਖੰਡੇ ਬਾਟੇ ਦਾ ਅੰਮ੍ਰਿਤ ਆਪਣੇ ਖਾਲਸੇ ਨੂੰ ਛਕਾਇਆ ਸੀ, ਦੇ ਦੇ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਡਰ, ਬੜਾ ਭੈ ਪੈਦਾ ਹੋ ਗਿਆ। ਸਾਰੇ ਪਹਾੜੀ ਰਿਆਸਤਾਂ ਦੇ ਜੋ ਵੀ ਮਾਲਕ ਸਨ, ਇਹਨਾਂ ਦੀ ਗਿਣਤੀ ਤਾਂ ਦਿਨ ਪਰ ਦਿਨ ਇੱਕ ਨੇ ਦੋ ਨਹੀਂ, ਇਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਧਦੇ ਜਾ ਰਹੇ ਹਨ। ਜਿਹੜਾ ਵੀ ਇੱਕ ਵਾਰੀ ਇਹਨਾਂ ਦੇ ਪੰਥ ਦੇ ਵਿੱਚ ਪ੍ਰਵੇਸ਼ ਹੋ ਗਿਆ, ਜਿਸ ਨੇ ਵੀ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਚਾਹੇ ਕੋਈ ਬਾਹਮਣ ਹੈ, ਖੱਤਰੀ ਹੈ, ਬੈਸੂਦ ਹੈ, ਵੈਸਾ ਹੈ, ਇਹ ਤਾਂ ਬੱਬਰ ਸ਼ੇਰਾਂ ਦੇ ਸਮਾਨ ਬੜੇ ਦਲੇਰ
ਯੋਧੇ ਸੂਰਮੇ ਬਣ ਜਾਂਦੇ ਹਨ। ਕਦੇ ਵੀ ਇਹਨਾਂ ਦੇ ਮਨ ਦੇ ਵਿੱਚ ਕਦੇ ਮਰਨ ਦਾ ਤਾਂ ਡਰ ਪੈਦਾ ਹੀ ਨਹੀਂ ਹੋਇਆ। ਅੱਠੇ ਪੈਰ ਰਾਤ ਦਿਨ ਜਦੋਂ ਵੀ ਸਾਡੀਆਂ ਨਾ ਕਿਤੇ ਫੌਜਾਂ ਜਾਂਦੀਆਂ ਹਨ, ਉਸੇ ਵਕਤ ਇਹ ਤਾਂ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਆਪਣੇ ਵੱਲੋਂ ਕਮਰ ਕਸੇ ਲਗਾ ਕਰਕੇ ਰੱਖਦੇ ਹਨ। ਬੜੀਆਂ ਝੂਠੀਆਂ ਮੋਟੀਆਂ ਗੱਲਾਂ ਭੀਮ ਚੰਦ ਨੇ ਸੂਬੇ ਦੇ ਪਾਸ ਦੱਸੀਆਂ। ਉਹ ਕਹਿਣ ਲੱਗੇ ਵੀ ਗੱਲ ਇਹ ਹੈ, ਤੁਹਾਡਾ ਜਿਹੜਾ ਇਹ ਮਸਲਾ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਗਏ ਤੋਂ ਬਗੈਰ ਇਹ ਪੂਰਾ ਨਹੀਂ ਹੋ ਸਕਣਾ। ਅਤੇ ਮੈਂ ਵੀ ਆਪਣੇ ਵੱਲੋਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਲੈ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਭੇਜ ਦੋ। ਤੁਸੀਂ ਵੀ ਆਪਣੀ ਫਰਿਆਦ ਪੁਕਾਰ ਜਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਤਾਂ ਕਰਨੀ ਪੈਣੀ ਹੈ। ਸੁਣ ਕਰਕੇ ਉਹਨੇ ਆਪਣੇ ਵੱਲੋਂ ਵੱਡੇ ਵੱਡੇ ਸੂਬਿਆਂ ਦੇ ਪਾਸ ਪਰਵਾਨੇ ਭੇਜ ਦੇਣੇ ਹਨ। ਬਾਦਸ਼ਾਹ ਔਰੰਗਜ਼ੇਬ ਤਾਂ ਪਹਿਲਾਂ ਤੋਂ ਹੀ ਗੁਰੂ ਬਾਬਾ ਜੀ ਦੇ ਦਰ ਘਰ ਦੀ ਮਹਿਮਾ ਨੂੰ ਜਾਣਨ ਵਾਲਾ ਹੈ, ਕੋਈ ਭੁੱਲਿਆ ਤਾਂ ਹੋਇਆ ਨਹੀਂ। ਬਾਬਾ ਰਾਮ ਰਾਜ ਜੀ ਦੇ ਕੋਲੋਂ ਕਿਤਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਸ਼ਕਤੀਆਂ ਇਹਨੇ ਆਪਣੇ ਅੱਖਾਂ ਦੇ ਨਾਲ ਦੇਖ ਲਈਆਂ ਸਨ। ਦੇ ਕਰਕੇ ਮਨ ਦੇ ਵਿੱਚ ਬੜਾ ਹੈਰਾਨ ਵੀ ਹੋ ਜਾਂਦਾ ਸੀ। ਕਈ ਦਫਾ ਕਾਜ਼ੀਆਂ ਮੁਲਾਣਿਆਂ ਨੇ ਇਹੋ ਜਿਹੇ ਮਨ ਦੇ ਵਿੱਚ ਤਸੱਦਦ ਪਣੇ ਨੂੰ ਧਾਰਨ ਕਰਦਿਆਂ ਹੋਇਆਂ ਸੋਚਣਾ ਵੀ ਅੱਜ ਆਪਾਂ ਨੇ ਨਾ ਇਹ ਬਾਦਸ਼ਾਹ ਔਰੰਗਜ਼ੇਬ ਦੀ ਭਰੀ ਕਚਹਿਰੀ 'ਚ ਬਾਬਾ ਰਾਮ ਰਾਏ ਜੀ ਦੀ ਹੇਠੀ ਕਰਵਾਉਣੀ ਹੈ। ਇਹ ਕੱਲ੍ਹ ਆ ਕੇ ਸਾਰਿਆਂ ਨਾਲੋਂ ਉੱਚੀ ਜਗ੍ਹਾ 'ਤੇ ਬੈਠਣ ਲੱਗ ਪਿਆ ਹੈ ਵੀ ਇਹਦੇ ਨਾਲ ਤਾਂ ਸਾਡੇ ਦੀਨ ਇਸਲਾਮ ਦੀ ਬੜੀ ਤੋਹੀਨ ਹੋ ਰਹੀ ਹੈ। ਪਰ ਜਿਹੜੀਆਂ ਰਹਿਮਤਾਂ ਬਖਸ਼ਿਸ਼ਾਂ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਹੀ ਆਪਣੇ ਸਾਹਿਬਜ਼ਾਦੇ ਨੂੰ ਬਖਸ਼ੀਆਂ ਹੋਈਆਂ ਸਨ, ਉਹਨਾਂ ਨੂੰ ਕੌਣ ਇਹੋ ਜਿਹੇ ਤਰਕਵਾਦੀ ਕਾਜ਼ੀ ਮੁਲਾਣੇ ਕਿਵੇਂ ਮੇਟ ਸਕਦੇ ਹਨ। ਸਤਿਗੁਰੂ ਜੀ ਨੇ ਅੱਜ ਦੇ ਦਿਨ ਆਪਣਾ ਇਹੋ ਜਿਹਾ ਤੀਸਰਾ ਜਿਹੜਾ ਖਾਲਸਾ ਪੰਥ ਸਾਜਿਆ ਸੀ। ਆਨੰਦਪੁਰ ਦੀ ਠੇਰੀ ਦੇ ਉੱਪਰ ਅਗਰ ਇਤਿਹਾਸ ਦੇ ਵੱਲ ਨਿਗਾਹ ਮਾਰ ਕੇ ਦੇਖਿਆ ਜਾਏ, ਇਸ ਖਾਲਸਾ ਪੰਥ ਦੀ ਉਮਰ ਤਾਂ ਬਹੁਤ ਛੋਟੀ ਹੈ। ਪਹਿਲੇ ਧਰਮਾਂ ਦੇ ਨਾਲੋਂ ਉਹਨਾਂ ਦੀ ਜਿਹੜੀ ਆਜੂ ਜੁਗਾਂ ਜਗੰਤਰਾਂ ਤੋਂ ਚਲੀ ਆ ਰਹੀ ਹੈ, ਪਰ ਖਾਲਸਾ ਪੰਥ ਦੀ ਜਿਹੜੀ ਉਮਰ ਆਜੂ ਇਹ ਤਾਂ ਅਜੇ ਫਿਰ ਸਦੀਆਂ ਦੇ ਵਿੱਚ ਹੀ ਚੱਲ ਰਹੀ ਹੈ। ਪਰ ਇਹੋ ਜਿਹਾ ਖੂਨ ਡੋਲ ਕਰਕੇ ਸਤਿਗੁਰੂ ਜੀ ਨੇ ਆਪਣੇ ਖਾਲਸੇ ਪੰਥ ਦੀ ਨੀਂਹ ਰੱਖੀ ਹੈ। ਸਭ ਤੋਂ ਵੱਧ ਕੁਰਬਾਨੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਜੇ ਨਵਾਜੇ ਯੋਧੇ ਸੂਰਮਿਆਂ ਨੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੇ ਵੱਲੋਂ ਕੀਤੀਆਂ ਸਨ। ਪਰ ਦਸ਼ਮੇਸ਼ ਪਿਤਾ ਦੀ ਰਹਿਮਤ ਔਰ ਕਿਰਪਾ ਦਾ ਸਦਕਾ ਇਹ ਖਾਲਸਾ ਪੰਥ ਅੱਜ ਤਮਾਮ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਫੈਲ ਚੁੱਕੇ ਹੈ। ਸ਼ਾਇਦ ਕੋਈ ਇਹੋ ਜਿਹਾ ਕੰਟਰੀ ਧਰਤੀ ਦੇ ਉੱਪਰ ਨਹੀਂ ਹੋਏਗਾ ਤੇ ਜਿੱਥੇ ਜਾ ਕਰਕੇ ਖਾਲਸੇ ਨੇ ਆਪਣੇ ਜਿਹੜੇ ਵੱਡੇ ਵੱਡੇ ਨਿਸ਼ਾਨ ਸਾਹਿਬ ਨਹੀਂ ਝੁਲਾਏ ਹਨ। ਤਕਰੀਬਨ ਹਰੇਕ ਕੰਟਰੀ ਹਰੇਕ ਦੇਸ਼ ਦੇ ਵਿੱਚ
ਜਾ ਕਰਕੇ ਸੰਗਤਾਂ ਨੇ ਵੱਡੇ ਵੱਡੇ ਸਥਾਨ ਵੀ ਬਣਾਏ ਹੋਏ ਹਨ। ਅਤੇ ਜਿੱਥੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉੱਥੇ ਵੀ ਅੱਜ ਦੇ ਦਿਨ ਜਿਹੜੀਆਂ ਸੰਗਤਾਂ ਜੋ ਵੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਗੁਰ ਸਿੱਖ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਵੀ ਵਸਣ ਵਾਲੇ ਹਨ 1657 ਬਿਕਰਮੀ ਸੰਗਤ ਸੰਮਤ ਦੀ ਵਿਸਾਖੀ ਵਾਲੇ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਿਵੇਂ ਅੱਜ ਦੇ ਦਿਨ ਜਿਹੜੇ ਵੀ ਇਹ ਸਤਿਗੁਰੂ ਜੀ ਦੇ ਬਹੁਤ ਵੱਡੇ ਵੱਡੇ ਇਤਿਹਾਸਕ ਅਸਥਾਨ ਜਾਂ ਫਿਰ ਵੱਡੇ ਵੱਡੇ ਮਹਾਂਪੁਰਖਾਂ ਦੇ ਜੋ ਵੀ ਸਥਾਨ ਬਣੇ ਹੋਏ ਹਨ, ਇਸ ਦਿਨ ਵਿਸ਼ੇਸ਼ ਤੌਰ 'ਤੇ ਸੰਗਤਾਂ ਫਿਰ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਜਾ ਕਰਕੇ ਹਾਜ਼ਰੀਆਂ ਭਰਦੀਆਂ ਹਨ। ਇਹੋ ਜਿਹਾ ਬਹੁਤ ਭਾਰਾ ਜਿਹੜਾ ਇਕੱਠ ਸੰਗਤਾਂ ਦਾ ਉਸ ਵਕਤ ਵੀ ਉਸ ਆਨੰਦਪੁਰ ਦੀ ਪਾਵਨ ਧਰਤੀ 'ਤੇ ਜੁੜਿਆ ਹੋਇਆ ਸੀ। ਇਸ ਖਾਲਸਾ ਪੰਥ ਦਾ ਜਿਹੜਾ ਨਾਮੋ ਨਿਸ਼ਾਨ ਦੁਨੀਆ ਦੇ ਵਿੱਚੋਂ ਮਿਟਣ ਦੇ ਲਈ ਇਹ ਬੜੀਆਂ ਹੋ ਜੀਆਂ ਪਹਿਲੇ ਸਮਿਆਂ ਦੇ ਵਿੱਚ ਜ਼ਾਲਮ ਸਰਕਾਰਾਂ ਗੌਰਮੈਂਟਾਂ ਵੀ ਹੋ ਚੁੱਕੀਆਂ ਹਨ। ਜ਼ਕਰੀਆ ਖਾਨ ਵਰਗੇ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਸੀ ਵੀ ਮੈਂ ਉਹ ਧਰਤੀ ਦੇ ਉੱਪਰ ਕੋਈ ਵੀ ਜਿਹੜਾ ਸਿੱਖ ਬਾਕੀ ਰਹਿ ਨਹੀਂ ਦੇਣਾ, ਇਹਨਾਂ ਦਾ ਤਾਂ ਬਸ ਦੁਨੀਆ ਦੇ ਵਿੱਚੋਂ ਨਾਮੋ ਨਿਸ਼ਾਨ ਮੈਂ ਖਤਮ ਕਰਕੇ ਫੇਰ ਸਾਹ ਲੈਣਾ। ਪਰ ਜਿਹੜਾ ਹੁਣ ਖਾਲਸਾ ਪੰਥ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਜਿਆ ਸੀ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜੇ ਮਿਟਣਾ ਚਾਹੁੰਦੇ ਸੀ ਉਹਨਾਂ ਦਾ ਆਪਣਾ ਆਪ ਦਾ ਜਿਹੜਾ ਨਾਮੋ ਨਿਸ਼ਾਨ ਮਿਟ ਗਿਆ। ਇਹੋ ਜਿਹਾ ਤੀਸਰਾ ਖਾਲਸਾ ਪੰਥ ਅੱਜ ਦੇ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਦੇ ਉੱਪਰ ਸਾਜਿਆ ਸੀ। ਜਦੋਂ ਦਿੱਲੀ ਸ਼ਹਿਰ ਤੋਂ ਬੜੀਆਂ ਸੰਗਤਾਂ ਗੋਬਿੰਦ ਰਾਏ ਜੀ ਦਾ ਦਰਸ਼ਨ ਕਰਨ ਵਾਸਤੇ ਪਹੁੰਚੀਆਂ, ਉਸ ਵਕਤ ਵੀ ਮਹਾਰਾਜ ਪੁੱਛਣ ਲੱਗੇ, ਭਾਈ ਪ੍ਰੇਮੀਓ, ਜਦੋਂ ਨਾ ਇਹ ਸਾਡੇ ਗੁਰੂ ਪਿਤਾ ਦਾ ਧੜ ਉੱਥੇ ਤੁਹਾਡੇ ਦਿੱਲੀ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਸਾਹਮਣੇ ਪਿਆ ਸੀ, ਜਿਹੜਾ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ, ਉਹ ਤਾਂ ਭਾਈ ਜੈਤਾ ਜੀ ਪਹਿਲਾਂ ਹੀ ਲੈ ਕਰਕੇ ਤੁਰ ਪਏ ਸਨ। ਪਰ ਧੜ ਉਸੇ ਤਰ੍ਹਾਂ ਸਰੇ ਬਾਜ਼ਾਰ ਪਿਆ। ਬਾਦਸ਼ਾਹ ਔਰੰਗਜ਼ੇਬ ਨੇ ਕਈ ਦਫਾ ਡੌਂਡੀ ਵੀ ਪਟਵਾਈ ਵੀ ਹੈ, ਜੇ ਕੋਈ ਗੁਰੂ ਕਾ ਸਿੱਖ ਉਹ ਸਤਿਗੁਰੂ ਜੀ ਦੇ ਧੜ ਦਾ ਜਿਹੜਾ ਸੰਸਕਾਰ ਆਪਣੀ ਰਹੁ ਰੀਤੀ ਦੇ ਮੁਤਾਬਕ ਸੰਸਕਾਰ ਕਰ ਸਕਦਾ ਹੈ। ਪਰ ਸਾਰੇ ਡਰਦੇ ਹੋਏ ਆਪੋ ਆਪਣੇ ਘਰਾਂ ਦੇ ਵਿੱਚ ਦਬ ਕੇ ਬੈਠ ਗਏ ਸਨ। ਕਿਸੇ ਨੇ ਆਪਣੇ ਆਪ ਨੂੰ ਗੁਰੂ ਕਾ ਜਿਹੜਾ ਸਿੱਖ ਨਹੀਂ ਸੀ ਕਹਾਇਆ। ਉਸ ਸਮੇਂ ਪੁੱਛਣ ਲੱਗੇ ਗੋਬਿੰਦ ਰਾਏ ਜੀ ਵੀ ਕੀ ਗੱਲ ਹੋਈ। 1400 ਦਿਹਾੜੀ ਗੁਰ ਸਿੱਖਾਂ ਦੀ ਦਿੱਲੀ ਸ਼ਹਿਰ ਦੇ ਵਿੱਚ ਵਸਣ ਵਾਲੀ ਕਿਸੇ ਨੇ ਵੀ ਇਹ ਮਨ ਦੇ ਵਿੱਚ ਕੋਈ ਹੌਸਲਾ ਕੋਈ ਦਲੇਰੀ ਨਹੀਂ ਧਾਰਨ ਕੀਤੀ ਸੀ। ਸੁਣ ਕਰਕੇ ਕਹਿਣ ਲੱਗੇ, ਮਹਾਰਾਜ ਕਿਸੇ ਦੇ ਮੂੰਹ 'ਤੇ ਤਾਂ ਕੋਈ ਲਿਖਿਆ ਨਹੀਂ ਹੋਇਆ ਵੀ ਇਹ
ਗੁਰੂ ਕਾ ਸਿੱਖ ਹੈ, ਗੁਰੂ ਕਾ ਸਿੰਘ ਹੈ, ਨਾ ਕੋਈ ਗੁਰੂ ਦੇ ਸਿੱਖ ਦੀ ਨਿਸ਼ਾਨੀ ਵੀ ਕਾਇਮ ਨਹੀਂ ਹੋਈ। ਇਹ ਸੁਣ ਕਰਕੇ ਉਸ ਸਮੇਂ ਦਸ਼ਮੇਸ਼ ਪਿਤਾ ਨੇ ਫਿਰ ਵੀਰਾਂ ਦੇ ਵਿੱਚ ਆ ਕਰਕੇ ਬਚਨ ਕੀਤੇ, ਇਸ ਵਿਦ ਕੋ ਅਬ ਪੰਥ ਬਣਾਵੋ, ਵੀ ਮੈਂ ਹੋ ਜਾ ਤੀਸਰਾ ਖਾਲਸਾ ਪੰਥ ਸਾਜੂ, ਸਗਲ ਜਗਤ ਮੈਂ ਬਹੁ ਵਿਦਤਾਵੋ। ਸਮਾਂ ਪਾ ਕੇ ਮੇਰਾ ਖਾਲਸਾ ਪੰਥ ਸਾਰੀ ਦੁਨੀਆ ਦੇ ਵਿੱਚ ਹੀ ਪ੍ਰਗਟ ਹੋ ਜਾਏਗਾ। ਲੱਖੋਂ ਜਗ ਕੇ ਨਾਰੇ ਕਥਾएं, ਤਿਸ ਮੈਂ ਫਿਲ ਮਿਲੈ ਇੱਕ ਸਿੱਖ ਜਾਏ। ਗੋਬਿੰਦ ਰਾਜ ਜੀ ਕਹਿਣ ਲੱਗੇ ਵੀ ਤੁਸੀਂ ਤਾਂ ਕਹਿੰਦੇ ਹੋ ਕੋਈ ਨਿਸ਼ਾਨੀ ਨਹੀਂ ਗੁਰੂ ਕੇ ਸਿੱਖਾਂ ਦੀ, ਪਰ ਇਹੋ ਜਿਹਾ ਤੀਸਰਾ ਖਾਲਸਾ ਪੰਥ ਹੁਣ ਸਾਜ ਦੇਣਾ ਲੱਖੋਂ ਨਰ ਜਗ ਕੇ ਕਥਾएं, ਤਿਸ ਮੈਂ ਮਿਲੈ ਇੱਕ ਸਿੱਖ ਜਾਏ। ਵੀ ਅਗਰ ਕਿਤੇ ਸੰਸਾਰੀ ਲੋਕਾਂ ਦਾ ਜਿਹੜਾ ਮਜ਼ੂਮ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਖੜਾ, ਜਿੱਥੇ ਤਮਾਮ ਮਤਾਂ ਮਤਾਂਤਰਾਂ ਦੇ ਪ੍ਰਾਣੀ ਵੀ ਮਿਲੇ ਹੋਏ ਹਨ, ਤਿੰਨ ਮੈਂ ਮਿਲੈ ਇੱਕ ਸਿੱਖ ਜਾਏ। ਜੇ ਲੱਖਾਂ ਦੇ ਵਿੱਚ ਨਾ ਮੇਰਾ ਇੱਕੋ ਹੀ ਖਾਲਸਾ ਕਿਤੇ ਚਲਿਆ ਜਾਊ, ਤਿੰਨ ਮੈਂ ਮਿਲੈ ਇੱਕ ਸਿੱਖ ਜਾਏ। ਮੇਰੇ ਖਾਲਸੇ ਦੀ ਜਾਣ ਪਹਿਚਾਣ ਸਾਰੀ ਦੁਨੀਆ ਦੇ ਨਾਲੋਂ ਵੱਖਰੀ ਹੋਏਗੀ। ਲੱਖੋਂ ਨਰ ਜਗ ਕੇ ਕਥਾएं, ਤਿਨ ਮੈਂ ਮਿਲੈ ਏਕ ਸਿੱਖ ਜਾਏ। ਸਭ ਮੈਂ ਪ੍ਰਥਕ ਪਛਾਨਿਓ, ਪਰ ਵੀ ਉਹਦੀ ਜਿਹੜੀ ਜਾਣ ਪਹਿਚਾਣ ਸੰਸਾਰੀ ਲੋਕਾਂ ਦੇ ਨਾਲੋਂ ਲੈਂਦਾ ਹੀ ਹੋਣੀ ਹੈ। ਰਲਾ ਨਾ ਕਿਉਂ ਕੈਸੋਂ ਕਰੈ, ਵੀ ਜੇ ਮੇਰਾ ਖਾਲਸਾ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਵੀ ਕਰੂਗਾ, ਵੀ ਮੇਰਾ ਕਿਹਨੂੰ ਪਤਾ ਨਾ ਲੱਗ ਜਾਏ। ਸਭ ਮੈਂ ਪ੍ਰਥਕ ਪਛਾਨਿਓ, ਪਰ ਰਲਾ ਨਾ ਕਿਉਂ ਕੈਸੋ ਕਰੈ। ਜਿਤਨੇ ਮਰਜੀ ਉਪਾ ਯਤਨ ਕਰ ਲੈ, ਪਰ ਸਾਰਿਆਂ ਨੇ ਆਪਣੇ ਆਪ ਹੀ ਮੇਰੇ ਖਾਲਸੇ ਦੀ ਜਿਹੜੀ ਪਹਿਚਾਣ ਕਰ ਲੈਣੀ ਹੈ। ਜਥਾ ਬਕਨ ਮੈਂ ਹੰਸ ਨ ਛਪੈ, ਗਰਜਨ ਵੇਖੈ ਮੋਰ ਜਿਮ ਦਿਪੈ। ਜੈਸ ਜਥਾ ਖਰ ਖਨ ਮੈਂ ਬਲੇ ਤਰੰਗ, ਜਥਾ ਮਿਰਗਨ ਮੈਂ ਕੇਰ ਅੰਗ। ਜਿਵੇਂ ਕਹਿੰਦੇ ਬਗਲਿਆਂ ਦੇ ਵਿੱਚ ਬੈਠੇ ਹੋਏ ਹੰਸ ਜਾਨਵਰ ਨੂੰ ਹਰੇਕ ਹੀ ਪਰ ਕਰ ਲੂ। ਜਥਾ ਬਕਨ ਮੈਂ ਹੰਸ ਨਾ ਛਪੈ, ਕਦੇ ਨਹੀਂ ਛਿਪਦਾ। ਜਿਹੜਾ ਹੰਸ ਜਾਨਵਰ ਗਿਰਜਨ ਵਿਖੈ ਮੋਰ ਜਿਮ ਦਿਪੈ। ਹੁਣ ਗਿਲਜਾਂ ਕਰੰਗਾਵਾੜੀ ਦੇ ਵਿੱਚ ਜਿਤਨੀਆਂ ਮਰਜ਼ੀ ਬੈਠੀਆਂ ਹੋਣ, ਪਰ ਮੋਰ ਦੀ ਜਿਹੜੀ ਜਾਣ ਪਹਿਚਾਣ ਉਹਨਾਂ ਦੇ ਨਾਲੋਂ ਵੱਖਰੀ ਹੋਇਆ ਕਰਦੀ ਹੈ। ਜਥਾ ਖਰ ਕੰਨ ਮੈਂ ਬਲੇ ਤਰੰਗ, ਜਿਹੜਾ ਨਸਲਦਾਰ ਘੋੜਾ ਭਾਵੇਂ ਹਜ਼ਾਰਾਂ ਗਧਿਆਂ ਦੇ ਵਿੱਚ ਖੜਾ ਕਰ ਦੋ, ਲੋਕਾਂ ਨੇ ਕਹਿਣਾ ਉਹ ਵੀ ਸਾਹਮਣੇ ਇਤਨਾ ਸੋਹਣੀ ਨਸਲ ਦਾ ਘੋੜਾ ਖੜਾ ਹੈ। ਜਥਾ ਮਿਰਗਨ ਮੈਂ ਕੇ ਰੰਗ, ਮਿਰਗਾਂ ਦੀਆਂ ਭਾਵੇਂ ਡਾਰਾਂ ਦੀਆਂ ਡਾਰਾਂ ਘੁੰਮਦੀਆਂ ਨੇ, ਪਰ ਜਿਹੜਾ ਕਿਹੜੀ ਸ਼ਹਿਰ ਉਹਦੀ ਤਾਂ ਸਾਰਿਆਂ ਦੇ ਨਾਲੋਂ ਜਾਣ ਪਹਿਚਾਣ ਵੱਖਰੀ ਹੋਇਆ ਕਰਦੀ ਹੈ। ਅੱਜ ਦੇ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਕੀਤੀ। ਉਮਰ ਹੈ ਭਾਵੇਂ ਬਹੁਤ ਥੋੜ੍ਹੀ, ਪਰ ਜਿਹੜਾ ਖਾਲਸਾ ਪੰਥ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਫੈਲ ਚੁੱਕਿਆ ਹੈ। ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ। ਉਸ ਵਕਤ ਇਹ ਜਿਹੜਾ ਭੀਮ ਚੰਦ ਇਹ ਵੀ ਦੇ ਕਰਕੇ ਮਨ ਦੇ ਵਿੱਚ ਬੜਾ ਖਿਝਦਾ ਰਹਿੰਦਾ ਸੀ
ਵੀ ਜਿਨ੍ਹਾਂ ਨੂੰ ਅਸੀਂ ਬੜੇ ਨੀਚ ਕਮੀਣੇ ਸ਼ੂਦਰ ਸਮਝਦੇ ਹਾਂ ਕਿ ਉਹਨਾਂ ਨੂੰ ਆ ਗੁਰੂ ਜੀ ਨੇ ਦੇਖੋ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਕਿਵੇਂ, ਇਹ ਤਾਂ ਵੱਡੇ ਵੱਡੇ ਯੋਧੇ ਸੂਰਮਿਆਂ ਦੇ ਸਮਾਨ ਬਣਾ ਦਿੱਤੇ ਹਨ। ਖਾਲਸਾ ਪੰਥ ਦੀ ਚੜ੍ਹਦੀ ਹੋਈ ਜਿਹੜੀ ਕਲਾ ਨੂੰ ਦੇਖ ਕੇ ਇਹ ਜਿਹੜੇ ਪਹਾੜੀ ਰਾਜੇ ਮੋਹਨ ਦੇ ਵਿੱਚ ਬੜੇ ਦੁਖੀ ਬੜੇ ਖਿਝਦੇ ਰਹਿੰਦੇ ਸਨ। ਕਈ ਦਫਾ ਇਹਨਾਂ ਨੇ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਵੀ ਚਾੜੀਆਂ ਸਤਿਗੁਰੂ ਜੀ ਨੂੰ ਜਿੱਤਣ ਦੇ ਲਈ, ਪਰ ਹਰੇਕ ਵਾਰੀ ਇਹ ਮੂੰਹ ਦਿਖਾ ਕੇ ਵਾਪਸ ਮੁੜ ਜਾਂਦੇ ਸਨ। ਭੀਮ ਚੰਦ ਅਤੇ ਹੋਰ ਵੱਡੀਆਂ ਵੱਡੀਆਂ ਰਿਆਸਤਾਂ ਦੇ ਮਾਲਕ ਇਕੱਠੇ ਹੋ ਕਰਕੇ ਸੋਚਾਂ 'ਚ ਪੈ ਗਏ ਵੀ ਦੇਖੋ, ਇੱਕ ਪਾਸੇ ਤਾਂ ਆਪਾਂ ਨੇ ਬਹੁਤ ਜ਼ਿਆਦਾ ਆਪਣੇ ਜਵਾਨਾਂ ਸੂਰਮਿਆਂ ਦਾ ਨੁਕਸਾਨ ਕਰਵਾ ਲਿਆ ਨਾ, ਜਿਹਦੇ ਕਦੇ ਵਾਪਸ ਮੁੜ ਕੇ ਤਾਂ ਆਉਣੇ ਨਹੀਂ, ਅਤੇ ਯੁੱਧ ਕਰਦੇ ਆ ਸਾਡੇ ਤਾਂ ਇਹ ਜਿਹੜੇ ਖਜ਼ਾਨੇ ਉਹ ਵੀ ਬਿਲਕੁਲ ਖਾਲੀ ਹੋ ਚੁੱਕੇ ਹਨ। ਪਬਲਿਕ ਦੇ ਕੋਲੋਂ ਸਾਨੂੰ ਮਾਮਲਾ ਲੈਣਾ ਵੀ ਬੜਾ ਔਖਾ ਹੋ ਗਿਆ ਹੈ। ਕਹਿਣ ਲੱਗੇ ਵੀ ਇਉਂ ਤਾਂ ਨਹੀਂ ਆਪਾਂ ਕਦੇ ਗੁਰੂ ਜੀ ਨੂੰ ਜਿੱਤ ਸਕਦੇ, ਜਿੰਨਾ ਮਰਜ਼ੀ ਜ਼ੋਰ ਬਲ ਲਗਾ ਕਰਕੇ ਦੇਖ ਲਓ, ਕਿਤਨੀ ਦਫਾ ਬੜੇ ਬੜੇ ਭਿਆਨਕ ਯੁੱਧ ਵੀ ਕਰਕੇ ਦੇਖ ਲਏ ਹਨ, ਉਲਟਾ ਨੁਕਸਾਨ ਆਪਣਾ ਹੀ ਹੁੰਦਾ ਹੈ। ਅਤੇ ਗੁਰੂ ਜੀ ਦੇ ਪਾਸ ਤਾਂ ਇਹ ਤਾਂ ਆਪਣੀ ਜਾਨ ਅਤੇ ਮਾਲ, ਇਹ ਦੋ ਚੀਜ਼ਾਂ ਜਿਹੜੇ ਨੇ ਸਤਿਗੁਰੂ ਜੀ ਦੇ ਸੇਵਕ ਦਾਸ, ਇਹਦਾ ਬਿਨਾਂ ਤਨਖਾਹ ਤੋਂ ਹੀ ਜੇ 100 ਨੇ ਸ਼ਹੀਦੀ ਪ੍ਰਾਪਤ ਕਰ ਲਈ, 1000 ਹੋਰ ਆ ਕੇ ਸਤਿਗੁਰੂ ਜੀ ਦੇ ਪਾਸ ਆਪਣੀਆਂ ਜਿਹੜੀਆਂ ਸੋਨੇ ਵਰਗੀਆਂ ਜਵਾਨੀਆਂ ਵੀ ਭੇਟਾ ਕਰ ਦਿੰਦੇ ਹਨ। ਕਦੇ ਇਹਨਾਂ ਨੇ ਨਾ ਆਪਣੀ ਜਾਨ ਦਾ ਨਾ ਕਦੇ ਮਾਲ ਦਾ ਕੋਈ ਮਨ ਦੇ ਵਿੱਚ ਫਿਕਰ ਨਹੀਂ ਕੀਤਾ ਵੀ ਸਾਡੀ ਆ ਜਿਹੜੀ ਜਨ ਕੁਰਬਾਨ ਹੋ ਜਾਣੀ ਹੈ। ਇਹ ਤਾਂ ਰੋਜ਼ ਦੀ ਰੋਜ਼ ਵੱਧਦੇ ਹੀ ਜਾ ਰਹੇ ਹਨ। ਉਹ ਸਮੇਂ ਭੀਮ ਚੰਦ ਵਿਚਾਰਾ ਅੱਕ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਪਹੁੰਚਿਆ। ਉਹ ਤੋਂ ਬਾਅਦ ਸਾਰੀ ਗੱਲਬਾਤ ਦੱਸ ਕਰਕੇ ਫਿਰ ਦਿੱਲੀ ਦੇ ਸੂਬੇ ਦੇ ਪਾਸ ਵਾਪਸ ਮੁੜ ਆਇਆ ਵੀ ਹੁਣ ਸ਼ਾਇਦ ਮੈਂ ਗੁਰੂ ਜੀ ਨੂੰ ਇਹਨਾਂ ਸੂਬਿਆਂ ਦੀ ਸਹਾਇਤਾ ਦੇ ਨਾਲ ਜਿੱਤ ਲੈਣਾ ਹੈ। ਇਹ ਜਿਹੜੀ ਖਬਰ ਦਿੱਲੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਗੁਰ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਸਾਰੇ ਇਕੱਠੇ ਹੋ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਚੜ੍ਹਾਈ ਕਰਨੀ ਚਾਹੁੰਦੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇਹ ਸਭ ਭੇਵ ਆਪ ਸੋਂ ਕਹਿਓ। ਉਸ ਵਕਤ ਸੰਗਤਾਂ ਨੇ ਵੀ ਇਹ ਸਾਰਾ ਜਿਹੜਾ ਭੇਤ ਸਤਿਗੁਰੂ ਜੀ ਦੇ ਪਾਸ ਦੱਸ ਦਿੱਤਾ ਸੀ। ਕਰੋ ਕਾਜ ਜੈਸੇ ਚਿਤ ਚਾਹਿਓ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਗੇ ਤਾਂ ਆਪ ਦੀ ਹੈ ਮੌਜ, ਪਰ ਲੱਖਾਂ ਦੀ ਗਿਣਤੀ ਦੇ ਵਿੱਚ ਸੈਨਾ ਆਪ ਦੇ ਉੱਪਰ
ਚੜਾਈ ਕਰਕੇ ਆ ਰਹੀ ਹੈ। ਭੀਮ ਚੰਦ ਤੇ ਸੁਨਿਓ ਬਿਰਤਾਂਤ ਇਹ ਭੀਮ ਚੰਦ ਤੋਂ ਸਾਰੀ ਜਿਹੜੀ ਗੱਲਬਾਤ ਸੰਗਤਾਂ ਦੇ ਵਿੱਚ ਵੀ ਪਤਾ ਲੱਗ ਚੁੱਕਿਆ ਹੈ। ਜਾਣਿਓ ਸੂਬੇ ਤਬ ਭਲ ਭਾਂਤ ਜਿਹੜੇ ਪਰਵਾਨੇ ਬਾਦਸ਼ਾਹ ਔਰੰਗਜ਼ੇਬ ਦੇ ਉਹ ਸੂਬਿਆਂ ਦੇ ਪਾਸ ਵੀ ਪਹੁੰਚ ਚੁੱਕੇ ਹਨ। ਕਹਿਓ ਨ੍ਰਿਪਤ ਲੈ ਕਰ ਦਲ ਜਾਵਹੋ ਬਾਦਸ਼ਾਹ ਔਰੰਗਜ਼ੇਬ ਨੇ ਇਹਦੀ ਨਾ ਸੁਣ ਕੇ ਫਰਿਆਦ ਆਪਣੇ ਵੱਲੋਂ ਇਹ ਆਗਿਆ ਦੇ ਦਿੱਤੀ ਹੈ ਵੀ ਤੁਹਾਡੇ ਕੱਲਿਆਂ ਕੋਲੋਂ ਜੇ ਗੁਰੂ ਜੀ ਗ੍ਰਿਫਤਾਰ ਨਹੀਂ ਹੁੰਦੇ, ਤੁਹਾਨੂੰ ਬੜਾ ਉਹਨਾਂ ਨੇ ਤੰਗ ਕੀਤਾ ਹੋਇਆ ਤੇ ਫਿਰ ਮੈਂ ਤੁਹਾਡੇ ਪੱਖ ਦੇ ਵਿੱਚ ਆ ਵੱਡੇ ਵੱਡੇ ਲਾਹੌਰ ਦਾ ਸੂਬਾ ਹੋਇਆ ਜਿਹੜਾ ਸਰਹੰਦ ਦਾ ਸੂਬਾ ਇਹ ਭੇਜ ਦੇਣੇ ਹਨ। ਚਾਹੋਂ ਦੇਸ਼ ਘੇਰੋ ਜੰਗ ਮਚਾਵੋ ਜਦੋਂ ਆਨੰਦਪੁਰ ਨੂੰ ਚਾਰੇ ਪਾਸਿਆਂ ਤੋਂ ਬੜਾ ਜ਼ਬਰਦਸਤ ਪਾ ਕਰਕੇ ਘੇਰਾ ਤੁਸੀਂ ਆਪਣਾ ਯੁੱਧ ਸ਼ੁਰੂ ਕਰ ਦੇਣਾ ਹੈ। ਦੋਨੋਂ ਸੂਬੇ ਹੋਏ ਤੁਮ ਸਾਥ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਿਆ ਵੀ ਆ ਤੁਹਾਡੇ ਨਾਲ ਵੱਡੇ ਵੱਡੇ ਦੋਵੇਂ ਸੂਬੇ ਵੀ ਤੁਰਨੇ ਹਨ। ਲੱਖੋਂ ਸੈਨ ਤੁਫੰਗੈ ਹਾਥ ਹੁਣ ਲੱਖਾਂ ਜਵਾਨਾਂ ਸਿਪਾਹੀਆਂ ਦੇ ਹੱਥ ਦੇ ਵਿੱਚ ਜਦੋਂ ਤੁਸੀਂ ਆ ਵੱਡੀਆਂ ਵੱਡੀਆਂ ਨਾ ਇਹ ਬੰਦੂਕਾਂ ਪਕੜਾ ਦੇਣੀਆਂ ਹਨ। ਇਮ ਕਹਿ ਪੱਤਰ ਲਿਖੇ ਤਤਕਾਲੇ ਇਹ ਕਹਿ ਕੇ ਜਿਹੜੇ ਪਰਵਾਨੇ ਇਹਨੇ ਵੀ ਆਪਣੇ ਵੱਲੋਂ ਅੱਗੇ ਤੋਂ ਅੱਗੇ ਲੈ ਕਰਕੇ ਭੇਜ ਦਿੱਤੇ ਅਸੀਂ। ਪੁਰ ਸਿਰਹੰਦ ਲਵਪੁਰ ਕੋ ਚਾਲੇ ਇਹ ਹਲਕਾਰੇ ਲੈ ਕਰਕੇ ਬਾਦਸ਼ਾਹ ਦੇ ਪਰਵਾਨਿਆਂ ਨੂੰ ਲਾਹੌਰ ਤੇ ਸਰਹੰਦ ਵੱਲ ਚੱਲ ਪਏ ਹਨ। ਸਗਰੀ ਚਮੂ ਲਿਓ ਨਿਜ ਸੰਗ ਬਾਦਸ਼ਾਹ ਨੇ ਪਹਿਲਾਂ ਹੀ ਇਹ ਜਿਹੜੀਆਂ ਸ਼ਰਤਾਂ ਆਪਣੇ ਵੱਲੋਂ ਲਿਖ ਦਿੱਤੀਆਂ ਸਨ। ਕਰੋ ਆਨੰਦਪੁਰ ਗੁਰ ਸੋ ਜੰਗ ਵੀ ਵੱਧ ਤੋਂ ਵੱਧ ਲੈ ਕਰਕੇ ਫੌਜਾਂ ਤੁਸੀਂ ਫਿਰ ਆਨੰਦਪੁਰ ਦੇ ਵਿੱਚ ਜਾ ਕਰਕੇ ਗੁਰੂ ਜੀ ਦੇ ਨਾਲ ਜੰਗ ਕਰਨੇ ਹਨ। ਮਿਲਹਿ ਤਾਂ ਮੇਲ ਲਿਓ ਸਨਮਾਨ ਹੋ ਜੇ ਤਾਂ ਗੁਰੂ ਜੀ ਨੇ ਇਹਨ ਮੰਨ ਲਈ ਤੇ ਉਹਨੂੰ ਫਿਰ ਬੜੇ ਸਤਿਕਾਰ ਦੇ ਨਾਲ ਤੁਸੀਂ ਆਪਣੇ ਨਾਲ ਹੀ ਮਿਲਾ ਲੈਣਾ ਹੈ। ਹਜ਼ਰਤ ਕੇ ਸਮੀਪ ਗੁਰਾਨ ਹੋ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਫਿਰ ਆਪਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਇੱਕ ਵਾਰੀ ਜ਼ਰੂਰ ਕਰ ਦੇਣਾ ਹੈ। ਨਤ ਗਿਰ ਪਤਨ ਸਾਥ ਲਿਓ ਸਾਰੇ ਜੇ ਗੁਰੂ ਜੀ ਨੇ ਈਨ ਨਾ ਮੰਨੀ ਤਾਂ ਫਿਰ ਪਹਾੜੀ ਰਾਜੇ ਵੀ ਇਹ ਤੁਹਾਡੇ ਨਾਲ ਹੀ ਸਾਰੇ ਇਕੱਠੇ ਹੋ ਕਰਕੇ ਤੁਰਨੇ ਹਨ। ਲਰਹਿ ਅਰਹਿ ਰਣ ਮਹਿ ਲਿਓ ਮਾਰੇ ਜਿਹੜਾ ਵੀ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਆ ਕਰਕੇ ਅੜੂ ਤੇ ਉਸ ਨੂੰ ਫਿਰ ਤੁਸੀਂ ਨਾਲ ਦੀ ਨਾਲ ਪਾਰ ਬੁਲਾ ਦੇਣਾ ਹੈ। ਜਹ ਜਹ ਧਾਵਨ ਕਰੇ ਪਠਾਵਨ ਜਿੱਥੇ ਜਿੱਥੇ ਵੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹਲਕਾਰੇ ਦੂਰ ਦੂਰ ਭੇਜ ਦਿੱਤੇ ਸੀ। ਚੜੋ ਨਾ ਬਿਲਮੋਹ ਆਪਣੇ ਥਾਵਨ ਬਾਦਸ਼ਾਹ ਨੇ ਇਹ ਜਿਹੜੀ ਵਿਸ਼ੇਸ਼ ਤੌਰ ਤੇ ਹਦਾਇਤ ਕਰ ਦਿੱਤੀ ਹੈ ਵੀ ਹੁਣ ਇਸ ਕਾਰਜ ਨੂੰ ਮੁਕਾਉਣ ਦੇ ਲਈ ਕੋਈ ਤੁਸੀਂ ਆਪਣੇ ਵੱਲੋਂ ਜ਼ਿਆਦਾ ਦੇਰੀ ਨਹੀਂ ਲਗਾਉਣੀ ਹੈ। ਇਤਿਆਦਿਕ ਸੁਨ ਕਰ ਹਰਖਾਇਓ ਸੁਣ ਕਰਕੇ ਭੀਮ ਚੰਦ ਮਨ ਦੇ ਵਿੱਚ ਬੜਾ ਖੁਸ਼ ਹੋਣ ਲੱਗ ਪਿਆ ਸੀ। ਭੀਮ ਚੰਦ ਹੋਏ ਤਿਆਰ ਅਲਾਇਓ ਆ ਭੀਮ ਚੰਦ ਤਿਆਰ ਹੋ ਕਰਕੇ ਇਹ ਜਿਹੜੀ ਖਬਰ ਪਹਾੜੀ ਰਾਜਿਆਂ ਨੂੰ ਵੀ ਪਹੁੰਚਾਉਣਾ ਚਾਹੁੰਦਾ ਸੀ। ਨਿਤ ਪ੍ਰਤ ਸੁਧ ਸੁਨ ਕਰ ਸਹਿਸਾਏ ਹੁਣ ਜਿਹੜੀਆਂ ਜਲਦੀ ਤੋਂ ਜਲਦੀ ਫੌਜਾਂ ਸਤਿਗੁਰੂ ਜੀ ਦੇ ਉੱਪਰ ਚਾੜਨੀਆਂ ਸਨ, ਇਹ ਖਬਰ ਅੱਗੇ ਤੋਂ ਅੱਗੇ ਦੂਰ ਦਰੜੇ ਵੀ ਪਹੁੰਚ ਚੁੱਕੀਆਂ ਸੀ। ਕਰਤ ਰਹੋ ਸਭ ਰੀਤ ਸਹਾਏ ਇਹ ਸਾਰਿਆਂ ਨੇ ਆਲੇ ਦਾਲੇ ਤੋਂ ਇਕੱਠਿਆ ਹੋ ਕਰਕੇ ਨਾ ਪਹਾੜੀ ਰਾਜਿਆਂ ਦੀ ਪੂਰੀ ਮਦਦ ਕਰਨੀ ਹੈ। ਕਰ ਸਲਾਮ ਕਿ ਗਿਆਈ ਕਨੇਰਾ ਹੁਣ ਭੀਮ ਚੰਦ ਫਿਰ ਘਗਿਆ ਕਰਕੇ ਬਾਰ-ਬਾਰ ਉਹਦੇ ਅੱਗੇ ਮਿੰਨਤਾਂ ਤਰਲੇ ਕਰਨ ਲੱਗ ਪਿਆ ਸੀ। ਸੂਬੇ ਤੇ ਰੁਖਸਦ ਤੇ ਬੇਰਾ ਜਦੋਂ ਦਿੱਲੀ ਸ਼ਹਿਰ ਦੇ ਸੂਬੇ ਕੋਲੋਂ ਫਿਰ
ਪਿੱਛੇ ਨੂੰ ਵਾਪਸ ਮੁੜ ਆਇਆ ਸੀ। ਮਜਲ ਵੱਡੀ ਕਰ ਤੂਰਨ ਧਾਇਓ। ਵੱਡੀਆਂ ਵੱਡੀਆਂ ਮਜਲਾ ਕਰਦਾ ਹੋਇਆ ਆਪਣੇ ਇਲਾਕੇ ਦੇ ਵਿੱਚ ਪਹੁੰਚ ਗਿਆ। ਦੇਸ਼ ਕਲੂਰ ਆਪਣੇ ਆਇਓ। ਆਪਣੀ ਜਿਹੜੀ ਕਹਿਲੋਰ ਰਿਆਸਤ ਹੈ ਉਹਦੇ ਵਿੱਚ ਭੀਮ ਚੰਦ ਪ੍ਰਵੇਸ਼ ਕਰ ਗਿਆ ਸੀ। ਜਹ ਕਹਿ ਸੈਲਪਤੀ ਸਮੁਦਾਏ। ਹੁਣ ਜਿਹੜੇ ਹੋਰ ਬਹੁਤ ਸਾਰੇ ਪਹਾੜੀ ਰਾਜੇ ਇਸ ਇਲਾਕੇ ਦੇ ਵਿੱਚ ਵਸਣ ਵਾਲੇ ਹਨ। ਲਿਖੇ ਪੱਤਰ ਪ੍ਰਧਾਨ ਪਠਾਏ। ਉਹਨਾਂ ਦੇ ਪਾਸ ਵੀ ਚਿੱਠੀਆਂ ਔਰ ਪੱਤਰ ਕਾ ਵਕੀਲੋਂ ਦੇ ਹੱਥੀ ਭੇਜ ਦਿੱਤੀਆਂ ਸਨ। ਦਿੱਲੀ ਕੋ ਪ੍ਰਸੰਗ ਸਭ ਕਹਿਓ। ਜਿਵੇਂ ਜਿਵੇਂ ਨੇ ਹੁਣ ਦਿੱਲੀ ਸ਼ਹਿਰ ਪਹਿਲਾਂ ਸੂਬੇ ਦੇ ਨਾਲ ਸਾਰੀ ਗੱਲਬਾਤ ਆਪਣੀ ਤੈਅ ਕੀਤੀ ਹੈ। ਲਗ ਦੀਰਘ ਸਭ ਹਿਨ ਮਨ ਲਹਿਓ। ਚਾਹੇ ਕੋਈ ਛੋਟਾ ਹੈ ਚਾਹੇ ਵੱਡਾ ਰਾਜਾ ਹੈ, ਇਹ ਗੱਲ ਸਾਰਿਆਂ ਦੇ ਮਨ ਦੇ ਵਿੱਚ ਬੈਠ ਚੁੱਕੀ ਸੀ। ਭਏ ਤਿਆਰ ਨਿਜ ਨਿਜ ਦਲ ਜੋਰੇ। ਹੁਣ ਇਹਨਾਂ ਨੇ ਵੀ ਆਪੋ ਆਪਣੀਆਂ ਫੌਜਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਜਿਸ ਮਹਿ ਜੇਤਕ ਧਰ ਜੋਰੇ। ਜੋ ਵੀ ਕਿਸੇ ਨੇ ਥੋੜਾ ਜਾਂ ਬਹੁਤਾ ਜ਼ੋਰ ਬਲ ਆਪਣੇ ਅੰਦਰ ਧਾਰਨ ਕੀਤਾ ਹੋਇਆ ਸੀ। ਇੰਦਰਪ੍ਰਸਤ ਮਹਿ ਸੰਗਤ ਜੋਈ। ਹੁਣ ਜਿਹੜੀਆਂ ਸੰਗਤਾਂ ਦਿੱਲੀ ਸ਼ਹਿਰ ਦੇ ਵਿੱਚ ਵਸਣ ਵਾਲੀਆਂ ਸਨ, ਸੁਨ ਪ੍ਰਸੰਗ ਸਭ ਲਸ਼ਕਰ ਢੋਈ। ਹੁਣ ਇਹ ਸਾਰੀ ਵਾਰਤਾ ਦਾ ਸੰਗਤਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ। ਮਿਲ ਕਰ ਦੁਰ ਲਿਖ ਕਰ ਅਰਦਾਸ। ਹੁਣ ਇਹਨਾਂ ਨੇ ਵੀ ਗੋਵਤ ਹੋ ਕਰਕੇ ਇੱਕ ਚਿੱਠੀ ਪੱਤਰ ਕਾ ਆਪਣੇ ਵੱਲੋਂ ਲਿਖਣ ਦੇ ਲਈ ਤਿਆਰੀ ਕੀਤੀ ਹੈ। ਸੁਧ ਹਿਤ ਪਠੀ ਗੁਰੂ ਕੇ ਪਾਸ। ਹੁਣ ਬਾਦਸ਼ਾਹ ਔਰੰਗਜ਼ੇਬ ਤੋਂ ਡਰਦਿਆਂ ਹੋਇਆਂ ਲੁੱਕ ਕਰਕੇ ਇਹਨਾਂ ਨੇ ਆਪਣੇ ਵੱਲੋਂ ਇਹ ਚਿੱਠੀ ਪੱਤਰਕਾ ਲਿਖੀ ਸੀ। ਹੇ ਪ੍ਰਭ ਤੁਮ ਸਮਰੱਥ ਸਭ ਭਾਂਤੀ। ਐ ਦੀਨ ਦਿਆਲ ਪਤਤ ਪਾਵਨ ਸਰਬਗੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸਬਨ ਹਿਰਦੇ ਕੀ ਜਾਨਹੁ ਬਾਤੀ। ਆਪ ਦਾ ਹਰੇਕ ਦੇ ਮਨ ਦਾ ਜਿਹੜਾ ਫੁਰਨ ਪਹਿਲਾਂ ਹੀ ਜਾਣਨ ਵਾਲੇ ਹੋ। ਵਹਿਰ ਬਿਰਤੰਤ ਕਿਉ ਨਾ ਤੁਮ ਜਾਨਹੁ। ਪਰ ਜਿਹੜੀਆਂ ਹੁਣ ਖਬਰਾਂ ਚਾਰੇ ਪਾਸੇ ਤਾਂ ਲੋਕਾਂ ਦੇ ਵਿੱਚ ਫੈਲ ਚੁੱਕੀਆਂ ਹਨ। ਘਟ ਘਟ ਕੇ ਮਾਲਿਕ ਪਹਿਚਾਨਹੁ। ਅਸੀਂ ਤਾਂ ਆਪ ਜੀ ਨੂੰ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਡੇ ਮਨ ਦੇ ਵਿੱਚ ਤਾਂ ਇਹੋ ਜਿਹੀ ਜਿਹੜੀ ਸ਼ਰਧਾ ਭਾਵਨਾ ਸਦਾ ਵਾਸਤੇ ਬਣਿਆ ਹੀ ਰਹਿੰਦਾ ਹੈ। ਤੁਮ ਸੇਵਾ ਅਰ ਆਪਨ ਭਲੇ ਹਿਤ। ਸੱਚੇ ਪਾਤਸ਼ਾਹ ਗਰੀਬਨ ਨਵਾਜ, ਅਸੀਂ ਤਾਂ ਆਪਣਾ ਭਲਾ ਜਾਣਦੇ ਹੋਇਆਂ ਵੀ ਆਹ ਚਿੱਠੀ ਦੁਆਰਾ ਹੀ ਆਪਾਂ ਸਤਿਗੁਰੂ ਜੀ ਦੀ ਜਿਹੜੀ ਤੁੱਛ ਮਾਤਰ ਸੇਵਾ ਕਰ ਸਕਦੇ ਹਾਂ। ਪਾਤੀ ਲਿਖੀ ਸੁਨੀ ਜਿਮ ਭੀ ਇਤ। ਮਹਾਰਾਜ ਜਿਵੇਂ ਜਿਵੇਂ ਸਾਨੂੰ ਖਬਰਾਂ ਮਿਲੀਆਂ ਹਨ ਤੇ ਉਸੇ ਤਰ੍ਹਾਂ ਇੱਕ ਚਿੱਠੀ ਪੱਤਰ ਕਾ ਆਪ ਦੇ ਵੱਲ ਲੈ ਕਰਕੇ ਸਾਰੇ ਪ੍ਰੇਮੀ ਭੇਜਣ ਲੱਗੇ ਨੇ। ਰਾਜਨ ਤੁਮ ਪਰ ਕਰੀ ਪੁਕਾਰਾ। ਆ ਭੀਮ ਚੰਦ ਵਰਗਿਆਂ ਨੇ ਇਕੱਠਿਆਂ ਹੋ ਕਰਕੇ ਨਾ ਆਪ ਦੇ ਉੱਪਰ ਪੁਕਾਰ ਕੀਤੀ ਹੈ। ਹਮ ਪਰ ਗੁਰੂ ਬਲੀ ਪਰ ਭਾਰਾ। ਵੇ ਗੁਰੂ ਜੀ ਸਾਡੇ ਉੱਪਰ ਹੱਦ ਤੋਂ ਵੱਧ ਬਹੁਤ ਹੀ ਜ਼ਿਆਦਾ ਜਿਹਨੂੰ ਕਹਿ ਦਈਏ ਬੜੇ ਤਾਂ ਭਾਰੂ ਪੈ ਚੁੱਕੇ ਹਨ। ਦੱਖਣ ਦੇਸ਼ ਅਵਰੰਗ ਜੋ ਲਿਖਿਓ। ਮਹਾਰਾਜ ਨੇ ਤਾਂ ਸਾਰੀ ਗੱਲਬਾਤ ਜੋ ਬਾਦਸ਼ਾਹ ਔਰੰਗਜ਼ੇਬ ਭਾਵੇਂ ਦੱਖਣ ਦੇ ਵੱਲ ਗਿਆ ਹੋਇਆ ਉਹਦੇ ਕੰਨ ਦੇ ਵਿੱਚ ਵੀ ਜਾ ਕਰਕੇ ਪਾ ਦਿੱਤੀ ਹੈ। ਤਿੰਨ ਬਿਰਤਾਂਤ ਪਾਠ ਕਰ ਸਭ ਲਖਿਓ। ਹੁਣ ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਇਹ ਸਾਰੀ ਵਾਰਤਾ ਦਿੱਲੀ ਦੇ ਸੂਬੇ ਦੀ ਲਿਖੀ ਹੋਈ ਵੀ ਬੜੇ ਧਿਆਨ ਦੇ ਨਾਲ ਪੜ੍ਹ ਲਈ ਹੈ। ਦੋਏ ਸੂਬੇ ਪਰ ਹੁਕਮ ਪਠਾਇਓ। ਗਰੀਬਾਂ ਨਵਾਜ਼ ਸੱਚੇ ਪਾਤਸ਼ਾਹ ਪਰਵਾਨੇ ਆ ਜਿਹੜਾ ਲਾਹੌਰ ਦਾ ਸੂਬਾ ਤੇ ਦੂਜਾ ਹੈ ਸਰਹੰਦ ਦਾ ਸੂਬਾ ਇਹਨਾਂ ਦੇ ਪਾਸ ਪਹੁੰਚ ਚੁੱਕੇ ਹਨ। ਸੋ ਚੱਲ ਕਰ ਦਿੱਲੀਪੁਰ ਆਇਓ। ਇਹ ਜਿਹੜਾ ਭੀਮ ਚੰਦ ਪਹਿਲਾਂ ਦਿੱਲੀਪੁਰ ਦੇ ਵਿੱਚ ਚੱਲ ਕਰਕੇ ਆਇਆ ਸੀ
ਰਣ ਕੇ ਸ਼ੁੱਧਤ ਤੁਰਕ ਗਨ ਆਵੈ। ਹੁਣ ਇਹ ਜਿਹੜੇ ਤੁਰਕ ਮੁਗਲ ਪਠਾਨ ਯੁੱਧ ਦੇ ਬਹੁਤ ਭੁੱਖੇ ਹੋ ਕੇ ਆਪ ਦੇ ਉੱਪਰ ਚੜਾਈ ਕਰਕੇ ਆ ਰਹੇ ਹਨ। ਹਏ ਗਜ ਸਾਥ ਚੌਂਪ ਤੇ ਧਾਵੈ। ਹੁਣ ਇਹਨਾਂ ਦੇ ਮਨ ਦੇ ਵਿੱਚ ਵੀ ਬੜਾ ਉਤਸ਼ਾਹ ਤੇ ਬੜਾ ਚਾਅ ਭਰਿਆ ਹੋਇਆ ਯੁੱਧ ਕਰਨ ਵਾਸਤੇ। ਗੁਰ ਸੰਗਤ ਕੋ ਧਨ ਬਖਾਨਾ। ਜਦੋਂ ਇਹ ਪੱਤਰਕਾ ਚਿੱਠੀ ਸੰਗਤਾਂ ਦੀ ਦਸ਼ਮੇਸ਼ ਪਿਤਾ ਦੇ ਪਾਸ ਪਹੁੰਚੀ, ਉਸ ਸਮੇਂ ਸਤਿਗੁਰੂ ਜੀ ਵੀ ਆਪਣੇ ਪ੍ਰੇਮੀਆਂ ਨੂੰ, ਆਪਣੇ ਗੁਰ ਸਿੱਖਾਂ ਨੂੰ ਧਨਤਾ ਦੇ ਜੋਗ ਕਹਿਣ ਲੱਗ ਪਏ ਸਨ। ਸੁਨੋ ਖਾਲਸਾ ਕਾਜ ਮਹਾਨਾ। ਉਸੇ ਬਾਤ ਮਹਾਰਾਜ ਨੇ ਆਪਣੇ ਯੋਧੇ ਸੂਰਮੇ ਬੁਲਾ ਲਏ। ਖਾਲਸਾ ਜੀ ਵੀ ਹੁਣ ਤਾਂ ਬਹੁਤ ਵੱਡਾ ਇੱਕ ਭਿਆਨਕ ਜਿਹੜਾ ਯੁੱਧ ਆਪਣਾ ਇਹਨਾਂ ਜ਼ਾਲਮਾਂ ਪਾਪੀਆਂ ਦੇ ਨਾਲ ਹੋਣਾ ਹੈ। ਹੋਏ ਹੈ ਅਬ ਕਮੰਡ ਬਲਵਾਨਾ ਬਲਵੰਡਾ। ਬਹੁਤ ਵੱਡਾ ਘਮਸਾਨ ਦਾ ਜਿਹੜਾ ਜੰਗ ਧਰਤੀ ਦੇ ਉੱਪਰ ਹੋਏਗਾ। ਸੰਗਰ ਕਰੋ ਬਿਲੰਦ ਪ੍ਰਚੰਡਾ। ਹੁਣ ਉੱਥੇ ਤਾਂ ਤੁਹਾਨੂੰ ਫਿਰ ਵੱਡੀਆਂ ਵੱਡੀਆਂ ਜਿਹੜੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਹਨ। ਕੁਰਬਾਨੀ ਤਾਂ ਦੇ ਹੋ ਜੇ ਮਨ ਦੇ ਵਿੱਚ ਬੜਾ ਹੌਸਲਾ ਹੈ ਤੇ ਬੜੀ ਦਲੇਰੀ ਭਰੀ ਹੋਈ ਹੈ, ਤੇ ਜਿਹੜੇ ਵਿਚਾਰੇ ਡਰਪੋਕ ਕੈਰ ਬੁਜ਼ਦਲ, ਉਹ ਤਾਂ ਫਿਰ ਜੰਗ ਦਾ ਨਾਮ ਸੁਣਦੇ ਨਾਲ ਹੀ ਮਨ ਦੇ ਵਿੱਚ ਬੜਾ ਡਰਨ ਲੱਗ ਜਾਂਦੇ ਹਨ। ਸਤਿਗੁਰੂ ਜੀ ਕਹਿਣ ਲੱਗੇ ਖਾਲਸਾ ਜੀ ਹੁਣ ਤਾਂ ਤੁਹਾਨੂੰ ਬਹੁਤ ਵੱਡਾ ਇੱਕ ਉਦਮ ਪ੍ਰਚਾਰਤ ਕਰਨਾ ਪਵੇਗਾ। ਇਸ ਕੇ ਸਮ ਕੁਛ ਨਾਹਿਨ ਆਛੀ। ਪਰ ਜਿਹੜਾ ਹੈ ਧਰਮ ਯੁੱਧ, ਇਹਦੇ ਸਮਾਨ ਕੋਈ ਕਲਯੁਗ ਦੇ ਅੰਦਰ ਵੱਡਾ ਸਾਧਨ ਵੀ ਨਹੀਂ ਹੋ ਸਕੇਗਾ। ਲੋਕ ਪਰਲੋਕ ਸੁਖਦ ਵੱਡ ਬਾਛੀ। ਜਿਹੜੇ ਜਿਹੜੇ ਯੋਧੇ ਸੂਰਮਿਆਂ ਨੇ ਇਸ ਧਰਮ ਯੁੱਧ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਲੀਆਂ, ਉਹਨਾਂ ਨੂੰ ਤਾਂ ਫਿਰ ਦੋਵੇਂ ਲੋਕਾਂ ਦੇ ਸੁੱਖ ਪ੍ਰਾਪਤ ਹੋ ਜਾਣੇ ਹਨ। ਦੀਨ ਮਜਬ ਕੋ ਜੁੱਧ ਵਿਸਾਲਾ। ਦਸ਼ਮੇਸ਼ ਪਿਤਾ ਕਹਿਣ ਲੱਗੇ ਵੀ ਇੱਥੇ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਜੋ ਵੀ ਭਾਵੇਂ ਮਹਾਭਾਰਤ ਦਾ ਜੰਗ ਹੋਇਆ, ਜ਼ਰ ਜੋਰੂ ਜ਼ਮੀਨ, ਇਹਨਾਂ ਦੇ ਵਿੱਚ ਕੋਈ ਨਾ ਕੋਈ ਤਿੰਨਾਂ ਚੋਂ ਕਾਰਨ ਜ਼ਰੂਰ ਪਾਇਆ ਜਾਂਦਾ ਸੀ। ਜਿੱਥੇ ਹੁਣ ਭਰਤਰੀ ਵਰਗਿਆਂ ਨੇ ਵੀ ਆਮ ਤੌਰ 'ਤੇ ਯੁੱਧਾਂ ਦੇ ਇਹ ਵੱਡੇ ਹੀ ਤਿੰਨ ਜਿਹੜੇ ਕਾਰਨ ਲਿਖੇ ਹਨ, ਪਰ ਦਸ਼ਮੇਸ਼ ਪਿਤਾ ਨੇ ਇਹ ਜਿਹੜਾ ਧਰਮ ਦਾ ਹੀ ਬਹੁਤ ਵੱਡਾ ਮਹਾਨ ਜੰਗ ਕੀਤਾ, ਚਾਹੇ ਛੋਟਾ ਜੰਗ ਹੈ ਚਾਹੇ ਵੱਡਾ ਹੈ, ਜੋ 14 ਦੀ ਗਿਣਤੀ ਦੇ ਵਿੱਚ ਆਉਂਦੇ ਹਨ। ਇੱਥੇ ਕੋਈ ਜ਼ਾਰਾ ਜੋਰੂ ਜ਼ਮੀਨ ਇਹਨਾਂ ਦੇ ਵਿੱਚ ਕੋਈ ਵੀ ਕਾਰਨ ਨਹੀਂ ਪਾਇਆ ਜਾਂਦਾ ਹੈ। ਪ੍ਰਾਪਤ ਵੱਡ ਭਾਗੀ ਇਸ ਕਾਲਾ। ਇਹ ਜਿਹੜਾ ਧਰਮ ਦਾ ਯੁੱਧ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਣਾ ਹੈ। ਨਿਰਭੈ ਜੰਗ ਮੈਂ ਹੈ ਖੜਗ ਪ੍ਰਹਾਰੋ। ਜਿਹੜੇ ਯੋਧੇ ਸੂਰਮੇ ਨਿਰਭੈ ਹੋ ਕਰਕੇ ਜਿਨ੍ਹਾਂ ਨੇ ਇਹਨਾਂ ਤੁਰਕਾਂ ਮੁਗਲਾਂ ਦਾ ਨਾਸ ਹੱਥ ਦੇ ਵਿੱਚ ਪਕੜ ਕਰਕੇ ਤਲਵਾਰ ਦੇ ਨਾਲ ਕਰਨਾ ਹੈ। ਸਨਮੁਖ ਥਿਰੋ ਛਤਰ ਗਨ ਮਾਰੋ। ਜਿਹੜੇ ਜਿਹੜੇ ਵੀ ਇਹਨਾਂ ਦੇ ਸਾਹਮਣੇ ਹੋ ਕਰਕੇ ਦੁਸ਼ਟਾਂ ਪਾਪੀਆਂ ਦਾ ਸੰਘਾਰ ਕਰਨਗੇ। ਮਹਾ ਸੋ ਜਸ ਕੋ ਪ੍ਰਾਪਤ ਹੋਵੋ। ਜਿਨ੍ਹਾਂ ਨੇ ਯੁੱਧ ਕਰਦਿਆਂ ਕਰਦਿਆਂ ਜਿੱਤ ਪ੍ਰਾਪਤ ਕਰ ਲਈ, ਤੇ ਉਹਨਾਂ ਨੂੰ ਫਿਰ ਜਿਉਂਦੇ ਜੀ ਬੜਾ ਜਸ ਬੜੀ ਵਡਿਆਈ ਆ ਦੁਨੀਆ 'ਚ ਪ੍ਰਾਪਤ ਹੋ ਜਾਣੀ ਹੈ। ਲੇਨ ਪਰਮ ਪਦ ਕੋ ਮਗ ਜੋਵੋ। ਸਤਿਗੁਰੂ ਜੀ ਕਹਿਣ ਲੱਗੇ ਵੀ ਇੱਕ ਪਰਮ ਪਦ ਵੀ ਦੀ ਪ੍ਰਾਪਤੀ ਕਰਨ ਦੇ ਲਈ ਅਸੀਂ ਤਾਂ ਇੱਕ ਸੌਖਾ ਜਿਹਾ ਜਿਹੜਾ ਮਾਰਗ ਧਰਮ ਯੁੱਧ ਦਾ ਸ਼ੁਰੂ ਕੀਤਾ ਹੋਇਆ ਹੈ। ਸੰਮਤ ਘਨੇ ਤਪਹਿ ਤਪ ਭਾਰੇ। ਆ ਜਿਹੜੇ ਨਾ ਰਿਸ਼ੀ ਮੁਨੀ
ਜੋਗੀ ਜਨ ਪਰਮ ਪਦਵੀ ਦੀ ਪ੍ਰਾਪਤੀ ਕਰਨ ਦੇ ਲਈ ਪਤਾ ਨਹੀਂ ਕਿਤਨਾ ਟਾਈਮ ਵੱਡੇ ਵੱਡੇ ਜਿਹੜੇ ਕਸ਼ਟ ਤਸੀਹੇ ਔਰ ਸਰੀਰ ਦੇ ਉੱਪਰ ਝੱਲਦੇ ਰਹਿੰਦੇ ਹਨ। ਕਈਆਂ ਨੇ ਬੜੀ ਘੋਰ ਤਪੱਸਿਆ ਵੀ ਆਪਣੇ ਜਿਸਮ ਦੇ ਨਾਲ ਕੀਤੀ ਹੈ। ਬਰਖਾ ਸੀਤ ਰੋ ਉਸ਼ਨ ਸਹਾਰੇ। ਜਿਹੜੇ ਜਗਿਆਸੂ ਆਪਣੇ ਸਰੀਰਾਂ ਦੇ ਉੱਪਰ ਗਰਮੀ ਹੈ, ਸਰਦੀ ਹੈ ਔਰ ਝੱਖੜ ਵੀ ਝੱਲਦੇ ਹਨ। ਸੰਕਟ ਅਨਕ ਭਾਂਤ ਕੇ ਝਾਲੇ। ਪਰਮ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਨਾ ਉਹਨਾਂ ਨੇ ਵੱਡੇ ਵੱਡੇ ਦੁੱਖ, ਵੱਡੇ ਵੱਡੇ ਜਿਹੜੇ ਕਸ਼ਟ ਆਪਣੇ ਸਰੀਰਾਂ ਦੇ ਉੱਪਰ ਪਤਾ ਨਹੀਂ ਕਿਤਨਾ ਟਾਈਮ ਝੱਲੇ ਸਨ। ਸਭ ਜਗ ਸੁਖ ਤੇ ਬਨਹਿ ਨਿਰਾਲੇ। ਪਰ ਉਹ ਜਦੋਂ ਪਰਮ ਪਦਵੀ ਦੀ ਪ੍ਰਾਪਤੀ ਕਰਕੇ ਨਾ ਦੁੱਖਾਂ ਔਰ ਸੁੱਖਾਂ ਤੋਂ ਨਿਰਾਲੇ ਬਣ ਜਾਂਦੇ ਸਨ। ਤਿਨ ਕੋ ਭੀ ਦੁਰਲਭ ਪਦ ਜੋਏ। ਪਰ ਜਿਹੜੀ ਪਦਵੀ ਉਹਨਾਂ ਰਿਸ਼ੀਆਂ ਮੁਨੀਆਂ ਸਾਧੂਆਂ ਨੂੰ ਪ੍ਰਾਪਤ ਹੋਣੀ ਬਹੁਤ ਜ਼ਿਆਦਾ ਦੁਰਲਭ ਹੈ। ਕਰਹਿ ਜਤਨ ਜੋਗੀ ਚਹਿ ਸੋਏ। ਹੁਣ ਜਿਹੜੀ ਅਮਰ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਜੋਗੀ ਜਨ ਵੀ ਮਨ ਦੇ ਵਿੱਚ ਬੜਾ ਚਾਹੁੰਦੇ ਹਨ। ਰਣ ਮਹਿ ਮ੍ਰਿਤ ਹੋਏ ਸੋ ਪਾਵਹੋ। ਪਰ ਜਿਨ੍ਹਾਂ ਨੇ ਯੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਨਾ ਉਹਨਾਂ ਨੂੰ ਤਾਂ ਫਿਰ ਵੱਡੀਆਂ ਵੱਡੀਆਂ ਪਰਮ ਪਦਵੀਆਂ ਥੋੜ੍ਹੇ ਟਾਈਮ ਦੇ ਅੰਦਰ ਅੰਦਰ ਹੀ ਪ੍ਰਾਪਤ ਹੋ ਜਾਣੀਆਂ ਹਨ। ਏਕ ਪਲਕ ਮਹਿ ਤਾਹਾਂ ਸਿਧਾਵਹੋ। ਜਿਹੜੇ ਨੇ ਜੋਧ ਬਹਾਦਰ ਸੂਰਮੇ ਨਿਸ਼ਕਾਮ ਧਰਮ ਦਾ ਯੁੱਧ ਕਰਦਿਆਂ ਉਹ ਤਾਂ ਇੱਕ ਪਲ ਦੇ ਵਿੱਚ ਹੀ ਇਤਨੀ ਵੱਡੀ ਜਿਹੜੀ ਪਰਮ ਪਦਵੀ ਨੂੰ ਵੀ ਪਹੁੰਚ ਸਕਦੇ ਹਨ। ਜੋ ਅਬ ਲਰਹਿ ਮਰਹਿ ਸਹਿ ਕਾਮੀ। ਸਤਿਗੁਰੂ ਜੀ ਕਹਿ ਲਗੇ ਵੀ ਜਿਹੜੇ ਸਹਿਕਾਮ ਮੇ ਜਿਨ੍ਹਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ ਹਨ। ਸੋ ਤੂਰਨ ਹੋਏ ਸੁਰਪੁਰ ਗਾਮੀ। ਉਹ ਫਿਰ ਕੁਰਬਾਨੀ ਕਰਦਿਆਂ ਸਰੀਰ ਤਿਆਗਣ ਤੋਂ ਬਾਅਦ ਸਿੱਧੇ ਸੁਰਗਾਂ ਦੇ ਵਿੱਚ ਪਹੁੰਚ ਜਾਣੇ ਹਨ। ਤਹਿ ਕੇ ਸੁਖ ਭੋਗੈ ਚਿਤ ਚਹੈ। ਇੰਦਰ ਲੋਕ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਬੇਅੰਤ ਜਿਹੜੇ ਜਿਸਮਾਨੀ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ। ਜੋ ਸਹਿਕਾਮ ਹੋ ਕਰਕੇ ਇਸ ਧਰਮ ਯੁੱਧ ਦੇ ਵਿੱਚ ਜਿਨ੍ਹਾਂ ਨੇ ਵੀ ਸ਼ਹੀਦੀ ਜਾਮ ਪੀ ਲੈਣਾ ਹੈ। ਆਦ ਅਪਸਰਾਂ ਜੇਤਿਕ ਅਹੈ। ਜੋ ਵੀ ਸੁਰਗ ਲੋਕ ਦੇ ਵਿੱਚ ਦੇਵਤਿਆਂ ਨੂੰ ਜਿਸਮਾਨੀ ਜਾਂ ਫਿਰ ਅਪਸਰਾਂ ਦੇ ਸੁਖ ਪ੍ਰਾਪਤ ਹੋਇਆ ਕਰਦੇ ਹਨ। ਪੁਨ ਅਵਨੀ ਪਰ ਹਵੈ ਹੈ ਰਾਜੇ। ਸਤਿਗੁਰੂ ਜੀ ਕਹਿ ਲੱਗੇ ਵੀ ਸੁਰਗਾਂ ਦੇ ਸੁਖ ਭੋਗਣ ਤੋਂ ਬਾਅਦ ਉਹਨਾਂ ਨੇ ਫਿਰ ਮਾਤਲੋ ਦੀ ਧਰਤੀ 'ਤੇ ਨਾ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਕਰਕੇ ਬਣ ਜਾਣਾ ਹੈ। ਸਭ ਸੁਖ ਭੋਗੈ ਵਧਹਿ ਸਮਾਜੇ। ਇਸ ਦੁਨੀਆ ਦੇ ਵਿੱਚ ਸਾਰੇ ਸੁੱਖਾਂ ਨੂੰ ਭੋਗਦੇ ਹੋਇਆਂ ਉਹਨਾਂ ਦੇ ਬੜੇ ਜਿਹੜੇ ਰਾਜਸੀ ਠਾਠ ਬਾਠ ਵੀ ਵੱਧ ਜਾਣੇ ਹਨ। ਮੇਰੀ ਸਿੱਖੀ ਬਹੁਰ ਕਮਾਏ। ਜਦੋਂ ਸਮਾਂ ਪਾ ਕੇ ਉਹਨਾਂ ਯੋਧੇ ਸੂਰਮਿਆਂ ਨੇ ਨਾ ਮੇਰੀ ਸਿੱਖੀ ਦੀ ਕਮਾਈ ਕਰ ਲੈਣੀ ਹੈ। ਮਿਲਹਿ ਆਨ ਮੁਝ ਆਨੰਦ ਪਾਏ। ਫਿਰ ਉਹਨਾਂ ਯੋਧੇ ਸੂਰਮਿਆਂ ਦਾ ਜਿਹੜਾ ਬਾਸਾ ਮੇਰੇ ਚਰਨਾਂ ਦੇ ਵਿੱਚ ਸਦਾ ਦੇ ਲਈ ਹੋ ਜਾਣਾ ਹੈ। ਜੋ ਨਿਸ਼ਕਾਮੀ ਜੰਗ ਮਝਾਰਾ। ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਕਾਮ ਨਹੀਂ ਹੈ ਹੀ ਨਹੀਂ, ਜਿਹੜੇ ਨਿਸ਼ਕਾਮ ਹੋ ਕਰਕੇ ਕੁਰਬਾਨੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹਨ। ਮਾਰਹਿ ਮਰਹਿ ਗਹਿ ਹਥਿਆਰਾ। ਜਿਹੜੇ ਨਾ ਆਪਣੇ ਹੱਥਾਂ ਦੇ ਵਿੱਚ ਪਕੜ ਕਰਕੇ ਫੌਲਾਦੀ ਲੋਹੇ ਦੇ ਚਮਕਦੇ ਹੋਏ ਹਥਿਆਰ ਆਮੋ ਸਾਹਮਣੇ ਮਾਰਨ ਔਰ ਜਾਂ ਫਿਰ ਦੂਸਰਿਆਂ ਨੂੰ ਮਾਰਨ ਦੇ ਲਈ ਤਿਆਰ ਹੋ ਜਾਣੇ ਹਨ।
ਸੋ ਮਮ ਸੰਗ ਸਦਾ ਹੀ ਰਹੈ। ਉਹਨਾਂ ਨੇ ਤਾਂ ਫਿਰ ਸਾਡੇ ਨਾਲ ਹੀ ਸਦਾ ਵਾਸਤੇ ਰਹਿਣ ਲੱਗ ਜਾਣਾ ਹੈ। ਪਦ ਜੋਗਿਨ ਜੋ ਦੁਰਲਭ ਹੈ। ਸਤਿਗੁਰੂ ਜੀ ਕਹਿਣ ਲੱਗੇ ਖਾਲਸਾ ਜੀ ਵੀ ਜਿਹੜੀ ਪਦਵੀ ਜੋਗੀਆਂ ਨੂੰ ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤ ਹੋਣੀ ਬੜੀ ਹੈ ਔਖੀ ਹੈ। ਜਿਨ੍ਹਾਂ ਨੇ ਮੈਦਾਨੇ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਉਹਨਾਂ ਨੂੰ ਤਾਂ ਫਿਰ ਉਹ ਜੀਆਂ ਵੱਡੀਆਂ ਵੱਡੀਆਂ ਪਦਵੀਆਂ ਇੱਕ ਪਲ ਦੇ ਵਿੱਚ ਹੀ ਪ੍ਰਾਪਤ ਹੋ ਜਾਣੀਆਂ ਹਨ। ਹੁਣ ਜਿਸ ਪ੍ਰਕਾਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਸੋ ਮਮ ਸੰਗ ਸਦਾ ਹੀ ਰਹੈ। ਪਦ ਜੋਗਨ ਜੋ ਦੁਰਲਭ ਹੈ। ਸੋ ਮਮ ਸੰਗ ਸਦਾ ਹੀ ਰਹੈ। ਪਦ ਜੋਗਿਨ ਜੋ ਦੁਰਲਭ ਹੈ। ਇਹ ਚੌਥੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਇਹ ਪੂਰਨ